ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਮੌਸਮ ਠੀਕ ਰਿਹਾ। ਕਈ ਥਾਵਾਂ ਦੇ ਉੱਤੇ ਮੀਂਹ ਪੈਣ ਦੀਆਂ ਖਬਰਾਂ ਪ੍ਰਾਪਤ ਹੋਈਆਂ। ਜਲੰਧਰ ਦੇ ਵਿੱਚ ਭੂਰ ਜੀ ਪਈ ਆ, ਪਰ ਇੱਥੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਵੀ ਬਹੁਤਾ ਮੀਂਹ ਨਹੀਂ ਪਿਆ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਅੱਜ ਵੀ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ, ਤੇ ਉਸ ਤੋਂ ਬਾਅਦ 5-6 ਦਿਨ ਪੰਜਾਬ ਦੇ ਵਿੱਚ ਮੌਸਮ ਠੀਕ ਰਹਿਣਾ, ਯਾਨੀ ਕਿ ਟਿਕਾ ਰਹਿਣਾ। ਕੋਈ ਮੀਂਹ ਦੀ ਖਬਰ ਨਹੀਂ ਪ੍ਰਾਪਤ ਹੋਊਗੀ ਤੇ ਉਸ ਤੋਂ ਬਾਅਦ ਇੱਕ ਵਾਰ ਫਿਰ ਮੀਂਹ ਦੀ ਆ ਜਿਹੜੀ ਉਹ ਦਸਤਕ ਆ ਜਾਊਗੀ। ਕਹਿਣ ਦਾ ਭਾਵ ਹੈ ਕਿ ਮੌਨਸੂਨ ਪੌਣਾ ਤਾਂ ਆਈਆਂ ਹੀ ਹੋਈਆਂ ਪੰਜਾਬ ਦੇ ਵਿੱਚ, ਪਰ ਮੀਂਹ ਆ ਜਿਹੜਾ ਉਹ 5-6 ਦਿਨਾਂ ਬਾਅਦ ਇੱਕ ਵਾਰ ਫਿਰ ਜ਼ੋਰ ਫੜ ਸਕਦਾ ਪੰਜਾਬ ਦੇ ਅੰਦਰ। ਵੈਸੇ ਪਿਛਲੇ 3-4 ਦਿਨਾਂ ਦੇ ਵਿੱਚ ਪੰਜਾਬ ਦੇ ਵੱਡੇ ਹਿੱਸੇ ਦੇ ਵਿੱਚ ਘੱਟ ਜਾਂ ਵੱਧ ਮੀਂਹ ਪੈ ਚੁੱਕਿਆ, ਜਿਹਦੇ ਕਰਕੇ ਤਾਪਮਾਨ ਨੂੰ ਠੱਲ ਪੈ ਗਈ ਹੈ। ਹੁਣ ਪੰਜਾਬ ਦੇ ਵਿੱਚ 35-36 ਤੱਕ 34 ਤੱਕ ਟੈਂਪਰੇਚਰ ਰਹਿੰਦਾ, ਜਿਹੜਾ ਕਿ ਪਹਿਲਾਂ 43-44 ਤੱਕ ਵੀ ਚਲਾ ਗਿਆ ਸੀ। ਮੌਸਮ ਵਿਭਾਗ ਨੇ ਇਹ ਵੀ ਗੱਲ ਕਹੀ ਹੈ ਕਿ ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਹੁਣ ਜਦੋਂ ਲਗਾਤਾਰ ਮੀਂਹ ਪੈ ਰਿਹਾ ਤਾਂ ਸਾਰੇ ਪਾਸੇ 5 ਤੋਂ ਲੈ ਕੇ 7 ਡਿਗਰੀ ਤੱਕ ਤਾਪਮਾਨ ਆ ਜਿਹੜਾ ਉਹ ਹੇਠਾਂ ਵੱਲ ਨੂੰ ਚਲਾ ਗਿਆ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਤਾਂ ਹੈਗੀ ਹੈ ਬੀਜੇਪੀ ਦੇ ਵੱਲੋਂ ਸਿੱਖ ਭਾਈਚਾਰੇ ਦੇ ਉੱਤੇ ਡੋਰੇ ਪਾਉਣ ਨਾਲ ਸੰਬੰਧਿਤ। ਪਰ ਉਸ ਤੋਂ ਪਹਿਲਾਂ ਲੋਕਡਾਊਨ ਦੀ ਇੱਕ ਕਰੂਰ ਦਾਸਤਾਨ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਬੇਸ਼ੱਕ ਸਾਡੀ ਕੇਂਦਰ ਦੀ ਸਰਕਾਰ ਜਾਂ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਇਹ ਗੱਲ ਕਹਿਣੀਆਂ ਹੋਣ ਕਿ ਅਸੀਂ ਲੋਕਡਾਊਨ ਦੇ ਵਿੱਚ ਲੋਕਾਂ ਦੇ ਲਈ ਰਾਸ਼ਨ ਦਾ ਪ੍ਰਬੰਧ ਮੁਕੰਮਲ ਕੀਤਾ, ਅਸੀਂ ਲੋਕਾਂ ਨੂੰ ਭੁੱਖੇ ਨਹੀਂ ਮਰਨ ਦਿੱਤਾ, ਅਸੀਂ ਲੋਕਾਂ ਲਈ ਦਵਾਈ ਬੂਟੀ ਦਾ ਪ੍ਰਬੰਧ ਕੀਤਾ, ਅਸੀਂ ਇੱਕ ਤੋਂ ਦੂਜੀ ਥਾਂ ਤੱਕ ਲੋਕਾਂ ਨੇ ਜਾਣ ਦੇ ਲਈ ਮੁਕੰਮਲ ਪ੍ਰਬੰਧ ਕੀਤੇ ਆ, ਪਰ ਸਿਰਫ 2 ਉਦਾਹਰਨਾਂ ਯੂਪੀ ਦੇ ਨਾਲ ਸੰਬੰਧਿਤ, ਵੈਸੇ ਤਾਂ ਪਤਾ ਨਹੀਂ ਕਿੰਨੇ ਹਜ਼ਾਰ ਉਦਾਹਰਨਾਂ ਇਹੋ ਜਿਹੀਆਂ ਹੋਣਗੀਆਂ, ਪਰ ਸਿਰਫ 2 ਦਾ ਜ਼ਿਕਰ ਕਰਦੇ ਆ। ਯੂਪੀ ਦੇ ਵਿੱਚ ਪਹਿਲੀ ਖਬਰ ਆਈ ਹੈਗੀ ਆ ਬਰੇਲੀ ਦੇ ਵੱਲੋਂ। ਬਰੇਲੀ ਦੇ ਵਿੱਚ ਇੱਕ ਹੈਗਾ ਗਾਇਤਰੀ ਨਗਰ। ਇੱਥੇ 36 ਸਾਲ ਦਾ ਇੱਕ ਮਜ਼ਦੂਰ ਸੀਗਾ ਮਨੋਜ ਦਿਆਲ। ਇਹ ਜਦੋਂ ਕੰਮ ਕਰਦਾ ਸੀਗਾ ਨੋਇਡਾ ਦੇ ਵਿੱਚ, ਉਦੋਂ ਘਰ ਦਾ ਤੋਰੀ ਫੁਲਕਾ ਸਹੀ ਚੱਲਦਾ ਸੀ, ਪਰ ਜਦੋਂ ਲੋਕਡਾਊਨ ਲੱਗ ਗਿਆ ਦੂਜੀ ਲਹਿਰ ਦੇ ਵਿੱਚ ਕਰੋਨਾ ਦੇ ਵਿੱਚ, ਤਾਂ ਇਹ ਵਾਪਸ ਆ ਗਿਆ ਆਪਦੇ ਇੱਥੇ ਯੂਪੀ ਦੇ ਵਿੱਚ, ਆਪਦੇ ਬਰੇਲੀ ਖੇਤਰ ਦੇ ਵਿੱਚ ਗਾਇਤਰੀ ਨਗਰ ਦੇ ਵਿੱਚ। ਪਰ ਇਹਦੀ ਘਰਵਾਲੀ ਕੰਮਕਾਜ ਨਾ ਹੋਣ ਦੇ ਕਰਕੇ, ਦੁੱਖ ਭੁੱਖ ਦੇ ਕਰਕੇ ਛੱਡ ਕੇ ਚਲੀ ਗਈ। 2 ਬੱਚੇ ਇਹਦੇ ਕੋਲੇ ਛੱਡ ਗਈ ਉਹ। ਪਰ ਜਦੋਂ ਇਹਦੇ ਕੋਲੇ ਵੀ ਕੁਛ ਨਹੀਂ ਸੀ ਖਾਣ ਦੇ ਲਈ, ਬੱਚਿਆਂ ਨੂੰ ਵੀ ਇਹ ਵੇਖ ਨਹੀਂ ਸਕਿਆ ਵੀ ਭਾਈ ਬੱਚੇ ਕਿਵੇਂ ਤਰਸਦੇ ਰੋਟੀ ਨੂੰ, ਦੁੱਧ ਨੂੰ, ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ, ਇਹਨੇ ਪੱਖੇ ਦੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਬੱਚੇ 2 ਦਿਨ ਘਰ ਦੇ ਵਿੱਚ ਹੀ ਬੈਠੇ ਰਹੇ। ਉਹਨਾਂ ਨੂੰ ਪਤਾ ਨਹੀਂ ਕਿ ਸਾਡਾ ਬਾਪ ਲਟਕ ਕੇ ਹੁਣ ਮਰ ਚੁੱਕਿਆ। ਇੱਕ ਦਿਨ ਉਹ ਗਵਾਂਢੀਆਂ ਦੇ ਘਰ ਦੇ ਵਿੱਚ ਜਾਂਦੇ ਆ, ਕਹਿੰਦੇ ਜੀ ਸਾਨੂੰ ਰੋਟੀ ਦੇ ਦਿਓ। ਉਹ ਗਵਾਂਢੀ ਕਹਿੰਦੇ ਤੇਰੇ ਮੰਮੀ ਡੈਡੀ ਕਿੱਥੇ ਆ? ਕਹਿੰਦੇ ਜੀ ਬਾਪੂ ਤਾਂ ਸਾਡਾ ਕੁੰਡੀ ਨਾਲ ਲਟਕੀ ਜਾਂਦਾ, ਪਤਾ ਨਹੀਂ ਉਹਨੂੰ ਕੀ ਹੋ ਗਿਆ, ਤੇ ਮਾਂ ਸਾਡੀ ਘਰੇ ਹੈ ਨਹੀਂ। ਤੇ ਜਦੋਂ ਗਵਾਂਢੀਆਂ ਨੇ ਆ ਕੇ ਦੇਖਿਆ ਝੀਤ ਥਾਣੀ, ਤਾਂ ਫਿਰ ਇਹਨਾਂ ਦਾ ਬਾਪ ਲਟਕੀ ਜਾਂਦਾ ਸੀ। ਕਹਿਣ ਦਾ ਭਾਵ ਇਹ ਆ ਵੀ ਦੁੱਖ ਦੀ ਦਾਸਤਾਨ ਇੱਕ ਇਹੋ ਜਿਹੀ ਹੈ ਕਿ ਰੋਟੀ ਨੂੰ ਬੱਚੇ ਤਰਸਦੇ ਸੀ ਤੇ ਬਾਪ ਰੋਟੀ ਖੁਣੋ ਜਿਹੜਾ ਉਹ ਫਾਹਾ ਲੈ ਗਿਆ। ਇਹੋ ਜਿਹੀਆਂ ਵੀ ਦਰਦ ਕਹਾਣੀਆਂ ਸਾਹਮਣੇ ਆਈਆਂ, ਦੁਖਦਾਈ ਕਹਾਣੀਆਂ ਸਾਹਮਣੇ ਆਈਆਂ। ਦੂਜੀ ਖਬਰ ਅਲੀਗੜ੍ਹ ਤੋਂ ਆਈ ਹੈ। ਇੱਥੇ ਇੱਕ ਔਰਤ ਆ ਜਿਹੜੀ ਮਜ਼ਦੂਰੀ ਕਰਨ ਵਾਲੀ, ਉਹਦਾ ਕੰਮਕਾਜ ਛੁੱਟ ਗਿਆ। ਉਹ ਆਪਦੇ 5-6 ਪਰਿਵਾਰਕ ਮੈਂਬਰਾਂ ਨੂੰ ਪਾਲਦੀ ਸੀਗੀ। ਉਹਦੇ ਘਰ ਵਾਲੇ ਦੀ ਮੌਤ ਹੋਈ ਵੀ ਹੈ, ਪਰ 5-6 ਪਰਿਵਾਰਕ ਮੈਂਬਰ ਪਿਛਲੇ 13 ਦਿਨ ਤੋਂ ਰੋਟੀ ਤੋਂ ਭੁੱਖੇ ਸੀਗੇ, ਰੋਟੀ ਤੋਂ ਵਾਂਝੇ ਸੀ। ਕਿਸੇ ਨੇ ਉਹਨਾਂ ਨੂੰ ਇੱਕ ਬੁਰਕੀ ਰੋਟੀ ਦੀ ਨਹੀਂ ਦਿੱਤੀ। ਇੱਕ NGO ਨੂੰ ਇਸ ਗੱਲ ਦੇ ਬਾਰੇ ਪਤਾ ਲੱਗਾ ਵੀ ਇਸ ਘਰ ਦੇ ਵਿੱਚ ਰੋਟੀ ਤੋਂ ਬਿਨਾਂ ਤੜਫ ਰਹੇ ਆ ਲੋਕ, ਤੇ ਉਹਨਾਂ ਨੂੰ ਲੈ ਕੇ ਗਈ ਹੈ NGO। ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਭਾਈ ਇਹ ਤਾਂ 13-14 ਦਿਨ ਤੋਂ ਭੁੱਖੇ ਆ, ਤਾਂ ਉੱਥੇ ਮਾਹੌਲ ਇੱਕ ਇਹੋ ਜਿਹਾ ਬਣ ਗਿਆ, ਗਮਗੀਨ ਇੱਕ ਇਹੋ ਜਿਹਾ ਮਾਹੌਲ ਬਣ ਗਿਆ ਜਿਹਦੇ ਬਾਬਤ ਸ਼ਬਦਾਂ ਦੇ ਰਾਹੀਂ ਵਰਣਨ ਕੀਤਾ ਨਹੀਂ ਜਾ ਸਕਦਾ। ਇਹਨਾਂ ਤੋਂ ਦੁੱਖ ਤੇ ਭੁੱਖ ਦੇ ਕਰਕੇ ਬੋਲਿਆ ਵੀ ਨਹੀਂ ਜਾਂਦਾ ਸੀ। ਇਹ ਕਮਜ਼ੋਰ ਇੰਨੇ ਹੋ ਗਏ ਆ। ਕਹਿਣ ਦਾ ਭਾਵ ਇਹ ਹੈ ਕਿ ਕੰਮ ਛੁੱਟਣ ਦੇ ਕਰਕੇ, ਕਾਰੋਬਾਰ ਡੁੱਬਣ ਦੇ ਕਰਕੇ, ਦਿਹਾੜੀਆਂ ਬੰਦ ਹੋਣ ਦੇ ਕਰਕੇ, ਮਹਾਮਾਰੀ ਦੇ ਵਿੱਚ ਕਹਿਰ ਹੰਢਾਉਣ ਦੇ ਕਰਕੇ ਇਹੋ ਜਿਹਾ ਲੋਕਾਂ ਦੇ ਉੱਤੇ ਕੁਝ ਵਾਪਰਿਆ ਵੀ ਜਿਹਦੀਆਂ ਜਦੋਂ ਕਹਾਣੀਆਂ ਸਾਂਝੀਆਂ ਕਰਦੇ ਤਾਂ ਅੰਦਰੋਂ ਗੱਚ ਭਰ ਆਉਂਦਾ। ਸਰਕਾਰਾਂ ਜੋ ਮਰਜ਼ੀ ਕਹੀ ਜਾਣ, ਹਮਨੇ ਇਤਨਾ ਰਾਸ਼ਨ ਦੇ ਦਿਆ, ਹਮ ਦੀਵਾਲੀ ਤੱਕ ਰਾਸ਼ਨ ਦੇਂਗੇ, ਪਰ ਹਕੀਕਤਾਂ ਇਹ ਵੀ ਹੈਗੀਆਂ। ਇਹ ਵੀ ਭਾਰਤ ਦੇ ਨਾਗਰਿਕ ਆ, ਇਹ ਵੀ ਵੋਟਾਂ ਪਾਉਂਦੇ ਰਹੇ ਆ। ਕੀ ਪਤਾ ਇਹਨਾਂ ਨੇ ਵੋਟ ਸੱਤਾਧਾਰੀ ਧਿਰ ਨੂੰ ਹੀ ਪਾਈ ਹੋਵੇ, ਪਰ ਸੁਣੀ ਇਹਨਾਂ ਦੀ ਕਿਸੇ ਨੇ ਨਹੀਂ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ, ਬੀਜੇਪੀ ਜਾਣਦੀ ਹੈ ਵੀ ਪੰਜਾਬ ਦੇ ਵਿੱਚ ਜੇਕਰ ਅਸੀਂ ਪੈਰ ਲਾਉਣੇ ਆ, ਭਾਵੇਂ ਉਹ ਉਖੜੇ ਲੱਗਣ, ਭਾਵੇਂ ਪੱਕੇ ਤੌਰ 'ਤੇ ਲੱਗਣ, ਤਾਂ ਸਾਨੂੰ ਸਿੱਖ ਚਿਹਰਿਆਂ ਦੇ ਉੱਤੇ ਡੋਰੇ ਪਾਉਣੇ ਪੈਣਗੇ। ਬੀਜੇਪੀ ਦੇ ਪੰਜਾਬ ਦੇ ਆਗੂਆਂ ਦੀ ਲੰਘੇ ਕੱਲ੍ਹ ਅਮਿਤ ਸ਼ਾਹ ਤੇ JP ਨੱਡਾ ਦੇ ਨਾਲ ਦਿੱਲੀ ਦੇ ਵਿੱਚ ਅਹਿਮ ਵਿਸ਼ਿਆਂ ਦੇ ਉੱਤੇ ਮੀਟਿੰਗ ਹੋਈ ਹੈ। ਇਹਦੇ ਵਿੱਚ ਕਈ ਮਹੱਤਵਪੂਰਨ ਨੁਕਤੇ ਵਿਚਾਰੇ ਗਏ ਆ। ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਦਾ ਕਿੰਨਾ ਕੁ ਅਸਰ ਹੈਗਾ, ਕਿਸਾਨ ਕਿੰਨਾ ਕੁ ਵਿਰੋਧ ਕਰ ਰਹੇ ਆ, ਪੰਜਾਬ ਦੇ ਵਿੱਚ ਬਾਹਰ ਨਿਕਲ ਕੇ ਜੇਕਰ ਪ੍ਰਚਾਰ ਕਰਨਾ ਹੋਵੇ ਤਾਂ ਕੀ ਤਰੀਕਾ ਅਪਣਾਉਣਾ ਪਊਗਾ,
ਪੰਜਾਬ ਦੇ ਵਿੱਚ ਕਿਹੜੀ ਧਿਰ ਦੇ ਨਾਲ ਗੱਠਜੋੜ ਕੀਤਾ ਜਾਵੇ ਕਿ 2022 ਦੇ ਵਿੱਚ ਆਪਾਂ ਕੋਈ ਨਾ ਕੋਈ ਚੰਗਾ ਨਤੀਜਾ ਹਾਸਲ ਕਰ ਸਕੀਏ। ਬੀਜੇਪੀ ਦੀ ਕੋਸ਼ਿਸ਼ ਇਸ ਵਕਤ ਇਸ ਗੱਲ ਦੀ ਹੈ ਵੀ ਪੰਜਾਬ ਦੇ ਵਿੱਚ ਕਿਸੇ ਧਿਰ ਦੇ ਨਾਲ ਗੱਠਜੋੜ ਕਰ ਲਈਏ। ਹੁਣ ਉਹ ਧਿਰ ਕਿਹੜੀ ਹੋਊਗੀ? ਆਮ ਆਦਮੀ ਪਾਰਟੀ ਨੇ ਗੱਠਜੋੜ ਨਹੀਂ ਕਰਨਾ, ਕਾਂਗਰਸ ਚਿਰਾਂ ਪੁਰਾਣੀ ਵਿਰੋਧੀ ਆ, ਅਕਾਲੀ ਦਲ ਦੇ ਵੱਲੋਂ ਬਸਪਾ ਨਾਲ ਗੱਠਜੋੜ ਕਰ ਲਿਆ ਗਿਆ, ਬਾਕੀ ਕੌਣ ਬਚਿਆ? ਇਸ ਕਰਕੇ ਬੀਜੇਪੀ ਦੀ ਸਟ੍ਰੈਟਜੀ ਇਹ ਆ ਕਿ ਅਸੀਂ ਜਿਹੜੇ ਵੱਖ-ਵੱਖ ਪਾਰਟੀਆਂ ਦੇ ਬਾਗੀ ਆਗੂ ਆ, ਖਾਸ ਕਰਕੇ ਸਿੱਖ ਚਿਹਰੇ ਆ ਤੇ ਬਾਗੀ ਆ, ਉਹਨਾਂ ਨੂੰ ਅਸੀਂ ਆਪਣੇ ਦੇ ਨਾਲ ਜੋੜ ਲਈਏ। ਹੁਣ ਇਹ ਵਕਤ ਦੱਸੂਗਾ ਵੀ ਉਹ ਕਿਹੜੇ-ਕਿਹੜੇ ਚਿਹਰੇ ਨਾਲ ਜੁੜਦੇ ਆ ਤੇ ਜੇਕਰ ਉਹ ਜੁੜਦੇ ਆ ਤਾਂ ਪੰਜਾਬ ਦੇ ਲੋਕ, ਖਾਸ ਕਰਕੇ ਪੰਜਾਬ ਦੇ ਕਿਸਾਨ ਇਹਦੇ ਉੱਤੇ ਕਿਹੋ ਜਿਹਾ ਰਿਐਕਟ ਕਰਦੇ ਆ, ਕਿਹੋ ਜਿਹੀ ਆਪਣੀ ਪ੍ਰਤੀਕਿਰਿਆ ਦਿੰਦੇ ਆ। ਪਰ ਲੰਘੇ ਕੱਲ ਬੀਜੇਪੀ ਦੇ ਆਗੂਆਂ ਨੇ 6 ਜਣੇ ਪਟ ਲਏ ਆ। ਮੈਂ ਪਟਲੇ ਸ਼ਬਦ ਤਾਂ ਵਰਤਦਾ ਕਿਉਂਕਿ ਇਸ ਵਕਤ ਜਿਹੋ ਜਿਹਾ ਮਾਹੌਲ ਬਣਿਆ ਹੋਇਆ, ਆਪਾਂ ਇਹ ਵੀ ਗੱਲ ਕਹਿ ਸਕਦੇ ਵੀ ਡੋਰੇ ਪਾ ਲਏ ਆ। ਪੰਜਾਬ ਦੇ 6 ਸਿੱਖ ਚਿਹਰੇ ਬੀਜੇਪੀ ਨੇ ਆਪਣੇ ਵੱਲ ਸ਼ਾਮਲ ਕੀਤੇ ਆ। ਆਪਣੇ ਵੱਲੋਂ ਉਹਨਾਂ ਨੇ ਬਹੁਤ ਚੋਟੀ ਦੀਆਂ ਸ਼ਖਸੀਅਤਾਂ ਸ਼ਾਮਲ ਕੀਤੀਆਂ। ਇਹਦੇ ਵਿੱਚ ਕੋਈ ਦੋ ਰਾਇ ਨਹੀਂ ਵੀ ਇਹਨਾਂ 6 ਸ਼ਖਸੀਅਤਾਂ ਦਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਬਹੁਤਾ ਆਧਾਰ ਨਹੀਂ। ਜੇ ਅਸੀਂ ਕਹਿ ਦਈਏ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਰ ਇਹਨਾਂ ਦੇ ਪਿੱਛੇ ਆ, ਇਹ ਵੀ ਗੱਲ ਨਹੀਂ। ਪਰ ਬੀਜੇਪੀ ਇਹ ਚਾਹੁੰਦੀ ਹੈ ਵੀ ਸਿੱਖ ਚਿਹਰੇ ਆਪਣੇ ਨਾਲ ਜੋੜ ਕੇ ਇਹ ਸਾਬਤ ਕੀਤਾ ਜਾਵੇ ਵੀ ਸਾਡੇ ਨਾਲ ਜੁੜੇ ਹੋਏ ਸਿੱਖਾਂ ਦੀ ਵੀ ਘਾਟ ਨਹੀਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਬੀਜੇਪੀ ਬੇਹੱਦ ਕਮਜ਼ੋਰ ਚੱਲ ਰਹੀ ਹੈ। ਅਗਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਦੀ ਮਜ਼ਬੂਤੀ ਵਾਸਤੇ ਪਾਰਟੀ ਯਤਨ ਕਰ ਰਹੀ ਹੈ। ਇੱਕ ਉੱਚ ਪੱਧਰੀ ਮੀਟਿੰਗ ਮੰਗਲਵਾਰ ਨੂੰ ਹੋਈ ਹੈ। ਉਸ ਤੋਂ ਬਾਅਦ ਬੁੱਧਵਾਰ ਨੂੰ ਪੰਜਾਬ ਦੀਆਂ 6 ਪ੍ਰਮੁੱਖ ਸ਼ਖਸੀਅਤਾਂ, ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੂਬੇ ਦੇ ਮਾਮਲਿਆਂ ਦੇ ਇੰਚਾਰਜ ਦੁਸ਼ਯੰਤ ਗੌਤਮ ਦੀ ਮੌਜੂਦਗੀ ਦੇ ਵਿੱਚ ਬੀਜੇਪੀ ਦੇ ਵਿੱਚ ਸ਼ਾਮਲ ਹੋਈਆਂ ਨੇ। ਇਹਦੇ ਵਿੱਚ ਪਤਾ ਲੱਗਾ ਕਿ AISSF ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਕਾਹਲੋਂ, ਵਕੀਲ ਜਗਮੋਹਨ ਸਿੰਘ ਪਟਿਆਲਾ ਤੇ ਨਿਰਮਲ ਸਿੰਘ ਮੋਹਾਲੀ, ਗੁਰਦਾਸਪੁਰ ਤੋਂ ਕੁਲਦੀਪ ਸਿੰਘ ਕਾਹਲੋਂ ਤੇ ਸਾਬਕਾ ਵਾਈਸ ਚਾਂਸਲਰ ਜਸਵਿੰਦਰ ਸਿੰਘ ਢਿੱਲੋਂ ਤੇ ਪਟਿਆਲਾ ਤੋਂ ਕਰਨਲ ਜੈ ਬੰਸ ਸਿੰਘ ਸ਼ਾਮਲ ਹੋਏ ਨੇ। ਬੇਸ਼ੱਕ ਇਹਨਾਂ ਲੋਕਾਂ ਦਾ ਪੰਜਾਬ ਦੇ ਵਿੱਚ ਕੋਈ ਬਹੁਤਾ ਜਨ ਆਧਾਰ ਨਾ ਹੋਵੇ, ਪਰ ਬੀਜੇਪੀ ਸਿੱਖ ਚਿਹਰਿਆਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਕੇ ਆਪਣਾ ਅਕਸ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਪਹਿਲੀ ਗੱਲ ਤਾਂ ਦੋਸਤੋ ਅਸੀਂ ਇਹ ਕਹਾਂਗੇ ਕਿ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਪੰਜਾਬ ਦੇ ਵਿੱਚ ਜੇਕਰ ਸਿੱਖ ਭਾਈਚਾਰੇ ਨੂੰ ਆਪਣੇ ਨਾਲ ਨਾ ਜੋੜਿਆ, ਜਿਹੜੀ ਵੀ ਪਾਰਟੀ ਨੇ, ਉਸ ਪਾਰਟੀ ਨੂੰ ਮਨਚਾਹੀ ਸਫਲਤਾ ਮਿਲ ਨਹੀਂ ਸਕਦੀ। ਵੈਸੇ ਤਾਂ ਅਸੀਂ ਇਹ ਗੱਲ ਕਹਿੰਦੇ ਆ ਵੀ ਹਿੰਦੂ, ਮੁਸਲਿਮ, ਸਿੱਖ, ਈਸਾਈ ਦੇ ਚੱਕਰਾਂ ਦੇ ਵਿੱਚੋਂ ਉੱਤੇ ਉੱਠਣਾ ਚਾਹੀਦਾ, ਪਰ ਭਾਰਤ ਦੀ ਰਾਜਨੀਤੀ ਜਾਤ ਤੇ ਧਰਮ ਦੇ ਆਧਾਰ ਦੇ ਉੱਤੇ ਹੁੰਦੀ ਸੀ, ਹੁੰਦੀ ਹੈ ਤੇ ਬਦਲਦੇ ਨਹੀਂ ਹਾਲਾਤ ਪ੍ਰਤੀਤ ਹੁੰਦੇ। ਲੱਗਦਾ ਇਹ ਆ ਵੀ ਆਉਂਦੇ ਸਮੇਂ ਦੇ ਵਿੱਚ ਵੀ ਇਹ ਕੁਝ ਚੱਲੂਗਾ। ਉਸ ਭਾਈਚਾਰੇ ਦੇ ਨਾਲ ਆਪਾਂ ਗੰਢ ਧੁੱਪ ਇਉਂ ਕਰੀਏ ਤਾਂ ਜੋ ਉਹਦੀ ਵੋਟ ਮਿਲ ਸਕੇ, ਇੱਧਰਲੇ ਭਾਈਚਾਰੇ ਨਾਲ ਗੰਢ ਧੁੱਪ ਇੱਦਾਂ ਕਰੀਏ ਤਾਂ ਜੋ ਇਹਦੀ ਵੋਟ ਮਿਲ ਸਕੇ। ਸੋ ਇਹੋ ਜਿਹੀਆਂ ਕੋਸ਼ਿਸ਼ਾਂ ਪਹਿਲਾਂ ਵੀ ਹੁੰਦੀਆਂ ਸੀ ਤੇ ਵਰਤਮਾਨ ਸਮੇਂ 'ਚ ਵੀ ਹੋ ਰਹੀਆਂ ਤੇ ਆਉਂਦੇ ਸਮੇਂ ਦੇ ਵਿੱਚ ਹੋਰ ਤਿੱਖੇ ਰੂਪ ਦੇ ਵਿੱਚ ਹੋਣਗੀਆਂ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਲਗਭਗ 7 ਮਹੀਨੇ ਪਏ ਆ, ਜਾਂ ਕਹਿ ਦਈਏ 7.5 ਮਹੀਨੇ ਬਾਕੀ ਆ। ਇਹਨਾਂ 7.5 ਮਹੀਨਿਆਂ ਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਕਈ ਆਗੂਆਂ ਨੇ ਕਈ ਰੰਗ ਬਦਲਨੇ ਆ। ਉਹਨਾਂ ਰੰਗਾਂ ਦੇ ਕਰਕੇ, ਬਦਲੇ ਹੋਏ ਰੰਗਾਂ ਦੇ ਕਰਕੇ ਗਿਰਗਿਟ ਵੀ ਸ਼ਰਮਾਊਗਾ, ਸ਼ਾਇਦ ਗਿਰਗਿਟ ਖੁਦਕੁਸ਼ੀ ਵੀ ਕਰ ਜੇ ਵੀ ਮੈਨੂੰ ਕਹਿੰਦੇ ਵੀ ਰੰਗ ਬਹੁਤ ਛੇਤੀ ਬਦਲ ਲੈਂਦਾ, ਪਰ ਲੀਡਰਾਂ ਦੇ ਨਾਲੋਂ ਵੱਧ ਰੰਗ ਕੌਣ ਬਦਲਦਾ? ਮੈਂ ਤਾਂ ਬਦਨਾਮੀ ਆ ਆਉਂਦੇ ਸਮੇਂ ਦੇ ਵਿੱਚ ਗਿਰਗਿਟ ਨੇ ਇਹ ਮਹਿਸੂਸ ਕਰਨਾ। ਸੋ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਵੱਲੋਂ ਡੋਰੇ ਸਿੱਖਾਂ ਦੇ ਉੱਤੇ ਪਾਏ ਜਾ ਰਹੇ ਆ, ਆਉਂਦੇ ਸਮੇਂ ਦੇ ਵਿੱਚ ਇਉਂ ਲੱਗਦਾ ਵੀ ਜਿਹੜੀਆਂ ਸ਼ਖਸੀਅਤਾਂ ਨਾਲ ਜੁੜ ਰਹੀਆਂ, ਸ਼ਾਇਦ ਜਾਂ ਤਾਂ ਫਿਰ ਉਹਦੇ ਕਰਕੇ ਬੀਜੇਪੀ ਦਾ ਅਕਸ ਸੁਧਰ ਜਾਊਗਾ ਤੇ ਜਾਂ ਫਿਰ ਉਹਨਾਂ ਦਾ ਵੀ ਬੀਜੇਪੀ ਦੇ ਬਾਕੀ ਨੇਤਾਵਾਂ ਦੇ ਵਾਂਗੂ ਜ਼ਬਰਦਸਤ ਵਿਰੋਧ ਹੋਊਗਾ। ਇਹ ਉਹ ਵੇਲਾ ਜਦੋਂ ਬੀਜੇਪੀ ਪੰਜਾਬ ਦੇ ਵਿੱਚ ਅੰਗਿਆਰਾਂ ਦੇ ਉੱਤੇ ਤੁਰ ਰਹੀ ਹੈ। ਹਰ ਰੋਜ਼ ਇਹ ਵੀ ਗੱਲ ਕਹਿਣੀ ਕਿ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਆ, ਇਹ ਤਾਂ ਕਾਂਗਰਸ ਦੇ ਸਿਖਾਏ ਹੋਏ ਆ, ਇਹ ਤਾਂ ਜੀ ਕਾਂਗਰਸ ਦੇ ਪੜ੍ਹਾਏ ਹੋਏ ਸਾਡਾ ਵਿਰੋਧ ਕਰ ਰਹੇ ਆ, ਇਹ ਕਿਸਾਨ ਹੈ ਹੀ ਨਹੀਂ, ਇਹ 3 ਖੇਤੀ ਕਾਨੂੰਨ ਬਹੁਤ ਵਧੀਆ ਹਨ, ਕੋਈ ਸਮੱਸਿਆ ਹੈ ਹੀ ਨਹੀਂ। ਤੇ ਉਧਰ ਪੰਜਾਬ ਦੇ ਵਿੱਚ ਬੀਜੇਪੀ ਦੇ ਅੰਦਰ ਖਿਲਾਰੇ ਵੀ ਪਏ ਹੋਏ ਆ। ਅਨਿਲ ਜੋਸ਼ੀ ਹੋਰਾਂ ਦੇ ਵੱਲੋਂ ਮੋਰਚਾ ਖੋਲ੍ਹ ਦਿੱਤਾ ਗਿਆ ਆਪਣੀ ਲੀਡਰਸ਼ਿਪ ਦੇ ਖਿਲਾਫ। ਉਧਰ ਜੇ ਅਸੀਂ ਗੱਲ ਕਰਦੇ ਹੈਗੇ ਆ ਮਾਸਟਰ ਮੋਹਨ ਲਾਲ ਦੀ, ਉਹ ਵੀ ਇਹੀ ਗੱਲ ਕਹਿੰਦੇ ਆ ਕਿ ਇਸ ਵਕਤ ਮੰਗਾਂ ਮੰਨ ਲੈਣੀਆਂ ਚਾਹੀਦੀਆਂ। ਜੇ ਅਸੀਂ ਗੱਲ ਕਰਦੇ KD ਭੰਡਾਰੀ ਸਾਬਕਾ ਵਿਧਾਇਕ ਦੀ, ਉਹ ਵੀ ਇਹੀ ਗੱਲ ਕਹਿੰਦੇ ਆ। ਪਰ ਬੀਜੇਪੀ ਹਾਈ ਕਮਾਨ ਦੇ ਵੱਲੋਂ ਹਾਲੇ ਤੱਕ ਬਿਲਕੁਲ ਨਹੀਂ ਸੋਚਿਆ ਗਿਆ, ਬਿਲਕੁਲ ਨਹੀਂ ਇਸ ਮਾਮਲੇ ਦੇ ਉੱਤੇ ਸਮਝਿਆ ਗਿਆ। ਬੀਜੇਪੀ ਦੇ ਹੱਥ ਦੇ ਵਿੱਚ ਕਿਹੜੀ ਆਉਂਦੇ ਸਮੇਂ 'ਚ ਗਿੱਦੜ ਸਿੰਘੀ ਆਊਗੀ ਜਿਹਦੇ ਕਰਕੇ ਉਹਦੇ ਪੈਰ ਪੰਜਾਬ ਦੇ ਵਿੱਚ ਪੱਕੇ ਹੋ ਜਾਣ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਆ। ਬਦਲਦੇ ਸਮੀਕਰਨ ਆ ਜਿਹੜੇ, ਉਹ ਬਹੁਤ ਕੁਝ ਬਿਆਨ ਕਰਨਗੇ, ਪਰ ਇਉਂ ਪ੍ਰਤੀਤ ਹੁੰਦਾ ਵੀ ਜੇਕਰ ਕਿਸਾਨੀ ਮਸਲਾ ਹੱਲ ਨਹੀਂ ਹੁੰਦਾ ਤਾਂ ਬੀਜੇਪੀ ਦੇ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਪੈਰ ਲੱਗਣੇ ਔਖੇ ਆ। ਕਿਸਾਨਾਂ ਨੇ ਇਹ ਗੱਲ ਕਹੀ ਆ ਵੀ ਭਾਵੇਂ ਤੁਸੀਂ 3600 ਬੰਦਾ ਆਪਣੀ ਪਾਰਟੀ 'ਚ ਸ਼ਾਮਲ ਕਰ ਲਓ, ਅਸੀਂ ਕਿਸੇ ਨੂੰ ਸ਼ਾਮਲ ਹੋਣ ਤੋਂ ਤਾਂ ਰੋਕ ਨਹੀਂ ਸਕਦੇ, ਪਰ ਬਾਹਰ ਕਿਵੇਂ ਨਿਕਲਣਗੇ ਸਵਾਲ ਇਹ ਪੈਦਾ ਹੁੰਦਾ। ਨਾ ਤਾਂ ਅਸੀਂ ਹੁਣ ਤੱਕ ਨਿਕਲਣ ਦਿੱਤੇ ਕਿਸਾਨ ਆਗੂਆਂ ਨੇ ਲੰਘੇ ਕੱਲੇ ਗੱਲ ਕਹੀ ਆ, ਤੇ ਨਾ ਹੀ ਅਸੀਂ ਆਉਂਦੇ ਸਮੇਂ ਦੇ ਵਿੱਚ ਉਦੋਂ ਤੱਕ ਨਿਕਲਣ ਦੇਵਾਂਗੇ ਘਰੋਂ ਬਾਹਰ।
ਅਸੀਂ ਉਦੋਂ ਤੱਕ ਮੀਟਿੰਗਾਂ ਨਹੀਂ ਕਰਨ ਦੇਵਾਂਗੇ, ਅਸੀਂ ਉਦੋਂ ਤੱਕ ਰੈਲੀਆਂ ਨਹੀਂ ਕਰਨ ਦੇਵਾਂਗੇ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਦੇ ਉੱਤੇ ਗੌਰ ਫਰਮਾਈ ਨਹੀਂ ਹੁੰਦੀ। ਤੇ ਮੰਗਾਂ ਸਾਡੀਆਂ ਦੋ ਪ੍ਰਮੁੱਖ ਆ, ਇੱਕ ਤਾਂ ਤਿੰਨੇ ਖੇਤੀ ਕਾਨੂੰਨ ਰੱਦ ਕਰ ਦਿਓ ਤੇ MSP ਦੀ ਲਿਖਤੀ ਤੌਰ ਦੇ ਉੱਤੇ ਗਰੰਟੀ ਦੇ ਦਿਓ। ਸੋ ਆਉਣ ਵਾਲੇ ਦਿਨਾਂ ਦੇ ਵਿੱਚ BJP ਦੇ ਵੱਲੋਂ ਹੋ ਸਕਦਾ ਪੰਜਾਬ ਦੇ ਵੱਖ-ਵੱਖ ਹੋਰ ਪਾਰਟੀਆਂ ਦੇ ਜਿਹੜੇ ਬਾਗੀ ਨੇਤਾ ਜਿਨ੍ਹਾਂ ਨੂੰ ਇਹ ਪ੍ਰਤੀਤ ਹੁੰਦਾ ਕਿ ਸਾਡੀ ਪਾਰਟੀ ਦੇ ਵਿੱਚ ਕਦਰ ਨਹੀਂ ਪਈ ਪਰ ਹੈਗੇ ਸਿੱਖ ਚਿਹਰੇ ਆ, ਉਹਨਾਂ ਨੂੰ ਆਪਣੇ ਵੱਲ ਖਿੱਚਿਆ ਜਾਵੇ, ਉਹਨਾਂ ਨੂੰ ਕਮਲ ਦੇ ਫੁੱਲ ਦੇ ਨਾਲ ਜੋੜ ਲਿਆ ਜਾਵੇ। ਉਹ ਕਿਹੜੇ ਚਿਹਰੇ ਹੋਣਗੇ ਇਹਦੇ ਬਾਬਤ ਕਨਸੂਆਂ ਤਾਂ ਕਈ ਕਿਸਮ ਦੀਆਂ ਪ੍ਰਾਪਤ ਹੋ ਰਹੀਆਂ, ਪਰ ਹਾਲ ਦੀ ਘੜੀ ਉਹ ਗੱਲ ਸਾਂਝੀ ਕਰਨੀ ਇਸ ਕਰਕੇ ਨਹੀਂ ਬਣਦੀ ਕਿਉਂਕਿ ਉਹਦੇ ਬਾਬਤ ਕੋਈ ਪੱਕੇ ਤੌਰ ਦੇ ਉੱਤੇ ਜਾਣਕਾਰੀ ਨਹੀਂ, ਪਰ ਕੁਝ ਕੁ ਹਫ਼ਤਿਆਂ ਦੇ ਵਿੱਚ ਸਾਰੀ ਤਸਵੀਰ ਸਾਫ਼ ਜ਼ਰੂਰ ਹੋ ਜਾਣੀ ਹੈ। ਗੁਰਦੁਆਰਾ ਸਾਹਿਬਾਨ ਦੀ ਗੱਲ ਕਰੀਏ, ਮੰਦਰਾਂ ਦੀ ਗੱਲ ਕਰੀਏ, ਮਸਜਿਦਾਂ ਦੀ ਗੱਲ ਕਰੀਏ, ਗਿਰਜਾ ਘਰਾਂ ਦੀ ਗੱਲ ਕਰੀਏ, ਜਾਂ ਜਿਹੜੇ ਵੀ ਲੋਕ ਜਿਹੜੇ ਵੀ ਧਰਮ ਗੁਰੂ ਨੂੰ ਮੰਨਦੇ ਆ ਉਹਨਾਂ ਦੇ ਬਾਬਤ ਅਸੀਂ ਕਦੇ ਵੀ ਮਾੜੀ ਸੋਚ ਨਹੀਂ ਰੱਖ ਸਕਦੇ। ਜੇ ਕੋਈ ਸਿੱਖ ਭਾਈਚਾਰੇ ਦਾ ਵਿਅਕਤੀ ਆ ਉਹ ਕਿਸੇ ਮੰਦਰ ਦੇ ਬਾਬਤ ਗਲਤ ਵਿਚਾਰ ਰੱਖੇ, ਇੱਦਾਂ ਕਦੇ ਹੋਇਆ ਨਹੀਂ। ਜੇ ਕੋਈ ਹੋਊਗਾ ਮੈਂ ਉਹਨੂੰ ਮਨੁੱਖ ਨਹੀਂ ਮੰਨਦਾ। ਜੇ ਕੋਈ ਗੁਰਦੁਆਰੇ ਦੇ ਬਾਬਤ ਹਿੰਦੂ ਭਾਈਚਾਰਾ ਜਾਂ ਮੁਸਲਮਾਨ ਭਾਈਚਾਰਾ ਮਾੜੀ ਸੋਚ ਰੱਖੇ, ਸਿੱਖਾਂ ਦੇ ਪ੍ਰਤੀ ਮਾੜੀ ਸੋਚ ਰੱਖੇ, ਇਹ ਵੀ ਬਹੁਤ ਗਲਤ ਗੱਲ ਆ। ਸਾਰੇ ਮਿਲ ਕੇ ਰਹਿਣਾ ਚਾਹੁੰਦੇ ਆ। ਇਹਦੀ ਇੱਕ ਬੜੀ ਵੱਡੀ ਉਦਾਹਰਨ, ਜਿਹੜੀ ਕਿ ਉਦਾਹਰਨ ਇੰਨੀ ਕੁ ਵੱਡੀ ਹੈ ਵੀ ਇਹਨੂੰ ਜਿੱਥੇ ਮਰਜ਼ੀ ਸਾਂਝਾ ਕਰੀਏ ਤੇ ਇੱਕ ਅੰਤਰਰਾਸ਼ਟਰੀ ਖਬਰ ਬਣਨੀ ਚਾਹੀਦੀ ਸੀ, ਜਿਹੜੀ ਕਿ ਛੋਟੀ ਜੀ ਬਣ ਕੇ ਰਹਿ ਗਈ। ਮੋਗਾ ਜ਼ਿਲ੍ਹੇ ਦੇ ਵਿੱਚ ਪਿੰਡ ਹੈਗਾ ਭਲੂਰ। ਇਸ ਪਿੰਡ ਦੇ ਵਿੱਚ ਕਈ ਮੁਸਲਮਾਨ ਭਾਈਚਾਰੇ ਦੇ ਲੋਕ ਰਹਿੰਦੇ ਆ। ਵੰਡ ਦੇ ਮੌਕੇ ਪਾਕਿਸਤਾਨ ਦੇ ਵੱਲ ਨਹੀਂ ਗਏ, ਇਹ ਇੱਥੇ ਹੀ ਰਹਿ ਲਏ, ਪਰ ਇਹਨਾਂ ਦੀ ਮਸਜਿਦ ਆ ਜਿਹੜੀ ਉਹ ਖੰਡਰ ਬਣੀ ਪਈ ਆ। ਇਸ ਕਰਕੇ ਨਮਾਜ਼ ਅਦਾ ਕਰਨ ਵੇਲੇ ਵੀ ਡਰ ਲੱਗਦਾ, ਜਦੋਂ ਉਹ ਜ਼ਰ ਕਰਦੀ ਇਮਾਰਤ ਆ। ਇਸ ਕਰਕੇ ਇਹਨਾਂ ਨੇ ਇਮਾਰਤ ਦਾ, ਮਸਜਿਦ ਦਾ ਨੀਂਹ ਪੱਥਰ ਰੱਖਣਾ ਸੀਗਾ। ਜਦੋਂ ਨੀਂਹ ਪੱਥਰ ਰੱਖਣ ਲੱਗੇ ਤਾਂ ਅਚਾਨਕ ਬਹੁਤ ਤੇਜ਼ ਮੀਂਹ ਆ ਗਿਆ, ਪਰ ਪਿੰਡ ਦੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਗੁਰਦੁਆਰੇ ਦੇ ਵਿੱਚ ਲਿਜਾ ਕੇ ਇਹਨਾਂ ਦੀਆਂ ਸਾਰੀਆਂ ਰਸਮਾਂ ਕੀਤੀਆਂ। ਉਸ ਤੋਂ ਬਾਅਦ ਪਿੰਡ ਦੇ ਸਿੱਖ ਭਾਈਚਾਰੇ ਨੇ ਕਿਹਾ ਜੀ ਕਿ ਅਸੀਂ ਆਪਣੇ ਵੱਲੋਂ ਤੁਹਾਡੀ ਮਦਦ ਵੀ ਕਰਾਂਗੇ ਆਰਥਿਕ ਤੌਰ ਦੇ ਉੱਤੇ, ਤੁਸੀਂ ਆਪਦਾ ਖੁੱਲ੍ਹ ਕੇ ਆਪਣਾ ਜਿਵੇਂ ਵੀ ਧਾਰਮਿਕ ਰੀਤੀ ਰਸਮਾਂ ਹੈਗੀਆਂ ਉਵੇਂ ਸਾਰੇ ਸਮਾਗਮ ਕਰੋ, ਸਾਨੂੰ ਤੁਹਾਡੇ ਉੱਤੇ ਮਾਣ ਹੈਗਾ। ਆਪਾਂ ਹਿੰਦੂ ਸਿੱਖ ਮੁਸਲਮਾਨ ਬਾਅਦ ਦੇ ਵਿੱਚ ਆ, ਪਹਿਲਾਂ ਮਨੁੱਖ ਹਾਂ। ਸੋ ਇਸ ਵਕਤ ਜੋ ਮੁਸਲਮਾਨ ਭਾਈਚਾਰੇ ਨੇ ਸਿੱਖਾਂ ਦਾ ਧੰਨਵਾਦ ਕੀਤਾ, ਉਹਦੀ ਵੀ ਸ਼ਲਾਘਾ ਕਰਨੀ ਬਣਦੀ ਆ। ਮੁਸਲਮਾਨ ਭਾਈਚਾਰੇ ਦੇ ਉੱਤੇ ਵੀ ਸਾਨੂੰ ਬਹੁਤ ਮਾਣ ਆ, ਸਿੱਖਾਂ ਦੇ ਉੱਤੇ, ਹਿੰਦੂਆਂ ਦੇ ਉੱਤੇ, ਸਭ ਦੇ ਉੱਤੇ ਮਾਣ ਆ। ਮਨੁੱਖ ਤਾਂ ਮਨੁੱਖ ਆ ਤੇ ਮਨੁੱਖ ਨੂੰ ਮਨੁੱਖ ਦੇ ਉੱਤੇ ਚੰਗੇ ਕੰਮਾਂ ਦੇ ਉੱਤੇ ਮਾਣ ਕਰਨਾ ਚਾਹੀਦਾ। ਰਾਜਨੀਤਿਕ ਲੋਕਾਂ ਨੇ ਵੰਡੀਆਂ ਪਾਈਆਂ, ਇਹਨਾਂ ਗੱਲਾਂ ਤੋਂ ਹੁਣ ਥੋੜ੍ਹਾ ਜਿਹਾ ਉੱਤੇ ਉੱਠਣਾ ਚਾਹੀਦਾ। ਉਸ ਤੋਂ ਅਗਲੀ ਗੱਲ ਇਹ ਆ ਵੀ ਜੈਤੋ ਦੇ ਗੁਰਦੁਆਰਾ ਗੰਗਸਰ ਸਾਹਿਬ ਦੇ ਖੂਹ ਦੇ ਵਿੱਚ, ਇਤਿਹਾਸਕ ਖੂਹ ਦੇ ਵਿੱਚ ਜੋ ਕੁਝ ਇੱਥੋਂ ਦੇ ਪ੍ਰਬੰਧਕਾਂ ਦੇ ਵੱਲੋਂ ਸੁੱਟਿਆ ਗਿਆ ਤੇ ਹੁਣ ਜੋ ਕੁਝ ਪ੍ਰਾਪਤ ਹੋਇਆ, ਉਹਨੂੰ ਦੇਖ ਕੇ ਸਿਰ ਸ਼ਰਮ ਦੇ ਨਾਲ ਝੁਕ ਜਾਂਦਾ। ਅਸੀਂ ਗੁਰਦੁਆਰਿਆਂ ਦੇ ਵਿੱਚ ਅਨੈਤਿਕ ਕੰਮ ਹੁੰਦਿਆਂ ਦੇ ਬਾਰੇ ਕਈ ਵਾਰ ਸੁਣਿਆ ਪਰ ਦੇਖਿਆ ਹੋਣਾ। ਹੋ ਸਕਦਾ ਬਹੁਤ ਸਾਰੇ ਦਰਸ਼ਕਾਂ ਨੇ ਪਹਿਲਾਂ ਵੀ ਕਈ ਕੁਝ ਦੇਖਿਆ ਹੋਵੇ, ਪਰ ਗੁਰਦੁਆਰਿਆਂ ਨੂੰ ਅਸੀਂ ਪਵਿੱਤਰ ਥਾਂ ਮੰਨਦੇ ਹਾਂ। ਕੋਈ ਵੀ ਧਾਰਮਿਕ ਥਾਂ ਹੋਵੇ ਕਿਸੇ ਵੀ ਧਰਮ ਦੀ, ਅਸੀਂ ਇਹ ਮੰਨਦੇ ਹਾਂ ਯਾਰ ਇੱਥੇ ਗਲਤ ਕੰਮ ਨਹੀਂ ਹੁੰਦਾ ਹੋਣਾ, ਪਰ ਗੁਰਦੁਆਰੇ ਦੇ ਵਿੱਚ ਵੀ ਗਲਤ ਕੰਮ ਹੁੰਦੇ ਸੀ। ਔਰਤਾਂ ਇਸ ਗੁਰਦੁਆਰੇ ਦੇ ਵਿੱਚ ਆਉਂਦੀਆਂ ਸੀ, ਇਸ ਗੁਰਦੁਆਰੇ ਦੇ ਵਿੱਚ ਅਯਾਸ਼ੀ ਵੀ ਚੱਲਦੀ ਸੀ, ਇਸ ਗੁਰਦੁਆਰੇ ਦੇ ਵਿੱਚ ਦਾਰੂ ਸਿੱਕਾ ਵੀ ਚੱਲਦਾ ਸੀ, ਇਸ ਗੁਰਦੁਆਰੇ ਦੇ ਵਿੱਚ ਮੀਟ ਸ਼ਰਾਬ ਚੱਲਦੀ ਸੀ ਤੇ ਸਾਰਾ ਕੁਝ ਖੂਹ ਦੇ ਵਿੱਚ ਸੁੱਟਿਆ ਜਾਂਦਾ ਸੀ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਵੱਲੋਂ ਇਸ ਗੁਰਦੁਆਰੇ ਦੇ ਵਿੱਚ ਜੋ ਕੰਮ ਕਰਨ ਵਾਲੇ ਮੁਲਾਜ਼ਮ ਆ, ਸੇਵਾਦਾਰ ਆ, ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਆ, 4 ਦੇ ਉੱਤੇ। ਉਹਨਾਂ 4 ਦੇ ਵਿੱਚੋਂ 2 ਜਣਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਹੋਇਆ। ਪਹਿਲਾਂ ਇਸ ਦੁਖਦਾਈ ਖਬਰ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਫੇਰ ਕਰਾਂਗੇ ਟਿੱਪਣੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਵੱਲੋਂ ਜੈਤੋ ਦੇ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਪਾਤਸ਼ਾਹੀ 10ਵੀਂ ਦੇ 4 ਕਰਮਚਾਰੀਆਂ ਨੂੰ ਅੱਧੀ ਰਾਤ ਦੇ ਮੌਕੇ ਬਰਖਾਸਤ ਕਰ ਦਿੱਤਾ ਗਿਆ। ਪੁਲਿਸ ਨੇ ਮਾਮਲੇ ਦੇ ਵਿੱਚ ਨਾਮਜ਼ਦ 4 ਮੁਲਜ਼ਮਾਂ, ਮੈਨੇਜਰ ਕੁਲਵਿੰਦਰ ਸਿੰਘ, ਕਲਰਕ ਸੁਖਮੰਦਰ ਸਿੰਘ, ਸੇਵਾਦਾਰ ਗੁਰਬਾਜ ਸਿੰਘ ਤੇ ਲਖਵੀਰ ਸਿੰਘ ਦੇ ਵਿੱਚੋਂ ਕਲਰਕ ਨੂੰ ਤੇ ਸੇਵਾਦਾਰ ਨੂੰ ਮੁਕਤਸਰ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ। ਥਾਣਾ ਜੈਤੋ ਦੇ ਮੁਖੀ ਨੇ ਕਿਹਾ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਦੇ ਵਿੱਚ 295A ਦਾ ਪਰਚਾ ਦਰਜ ਕਰਨ ਉਪਰੰਤ ਪੁਲਿਸ ਪ੍ਰਸ਼ਾਸਨ ਵੱਲੋਂ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ 2 ਦਿਨ ਦਾ ਰਿਮਾਂਡ ਮਿਲਣ ਤੇ ਪੁਲਿਸ ਥਾਣਾ ਜੈਤੋ ਵਿਖੇ ਰੱਖਿਆ ਗਿਆ। ਦੱਸਣਾ ਬਣਦਾ ਹੈ ਕਿ ਜੈਤੋ ਵਿਖੇ ਗੁਰਦੁਆਰਾ ਗੰਗਸਰ ਸਾਹਿਬ ਦੀ ਹਦੂਦ ਦੇ ਅੰਦਰ ਗੁਰਦੁਆਰੇ ਦੇ ਖਜ਼ਾਨਚੀ ਤੇ ਇੱਕ ਸੇਵਾਦਾਰ ਦੇ ਵੱਲੋਂ ਸ਼ਰਾਬ ਮੀਟ ਦੇ ਸੇਵਨ ਕਰਨ ਦੇ ਨਾਲ ਗਲਤ ਨੀਤ ਦੇ ਨਾਲ ਪਰਾਈਆਂ ਔਰਤਾਂ ਨੂੰ ਲੈ ਕੇ ਆਉਣ ਦੇ ਮਾਮਲੇ ਦੇ ਵਿੱਚ ਕਾਫੀ ਵਿਵਾਦ ਹੋਇਆ ਸੀ, ਜਿਸ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਦੀ ਇੱਕ ਜਾਂਚ ਕਮੇਟੀ ਦੇ ਮੈਂਬਰ ਵੀ ਪੁੱਜੇ, ਜਿਨ੍ਹਾਂ ਵੱਲੋਂ ਤਲਾਸ਼ੀ ਦੌਰਾਨ ਗੁਰਦੁਆਰੇ ਅੰਦਰ ਬਣੇ ਪੁਰਾਤਨ ਖੂਹ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ, ਮੀਟ ਦੇ ਅੰਸ਼ ਤੇ ਹੋਰ ਗਲਤ ਸਮਾਨ ਬਰਾਮਦ ਕੀਤਾ ਗਿਆ, ਜਿਸ ਤੋਂ ਬਾਅਦ ਰੋਹ ਦੇ ਵਿੱਚ ਆਈ ਸੰਗਤ ਦੇ ਵੱਲੋਂ ਮੁਲਜ਼ਮਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਗੁਰਦੁਆਰਾ ਜਾਂ ਕੋਈ ਵੀ ਹੋਰ ਧਾਰਮਿਕ ਸਥਾਨ ਆ,
ਉਹਦੀ ਪਵਿੱਤਰਤਾ ਤੇ ਉਹਦੀ ਮਰਿਆਦਾ ਨੂੰ ਸਮਝਣ ਦੀ ਜ਼ਰੂਰਤ ਹੈ। ਜੇਕਰ ਅਸੀਂ ਇਹਨਾਂ ਥਾਵਾਂ ਦੀ ਵਰਤੋਂ ਵੀ ਹੋਟਲਾਂ ਦੇ ਕਮਰਿਆਂ ਵਾਂਗੂ ਕਰਾਂਗੇ ਤਾਂ ਲੱਖ ਦੀ ਲਾਹਨਤ ਸਾਡੇ ਉੱਤੇ ਪੈਣੀ ਚਾਹੀਦੀ ਹੈ ਵੀ ਸਾਡਾ ਇਖਲਾਕ ਕਿੱਥੇ ਆ, ਸਾਡੀ ਨੈਤਿਕਤਾ ਕਿੱਥੇ ਆ। ਕੁਝ ਇਹੋ ਜਿਹੀਆਂ ਚੀਜ਼ਾਂ ਇਸ ਖੂਹ ਦੇ ਵਿੱਚੋਂ ਮਿਲੀਆਂ ਜਿਨ੍ਹਾਂ ਦਾ ਜ਼ਿਕਰ ਮੈਂ ਇੱਥੇ ਬੈਠ ਕੇ ਪ੍ਰੋਗਰਾਮ ਦੇ ਵਿੱਚ ਨਹੀਂ ਕਰ ਸਕਦਾ। ਤੁਸੀਂ ਸਮਝ ਸਕਦੇ ਹੋ ਵੀ ਉਹ ਇਤਰਾਜ਼ਯੋਗ ਚੀਜ਼ਾਂ ਕੀ ਹੋ ਸਕਦੀਆਂ। ਜੇਕਰ ਗੁਰਦੁਆਰਿਆਂ ਨੂੰ ਅਸੀਂ ਅਯਾਸ਼ੀ ਦੇ ਅੱਡੇ ਬਣਾਈ ਜਾਂਦੇ ਆ ਤਾਂ ਫਿਰ ਅਸੀਂ ਕਿਹਦੇ ਉੱਤੇ ਯਕੀਨ ਕਰਾਂਗੇ ਤੇ ਕਿਹਦੇ ਉੱਤੇ ਯਕੀਨ ਨਹੀਂ ਕਰਾਂਗੇ। ਇਹ ਉਹ ਵੇਲਾ ਜਦੋਂ ਗੁਰਦੁਆਰਿਆਂ ਦੇ ਉੱਤੇ ਮਾਣ ਵੀ ਬਹੁਤ ਆ, ਕਿਉਂਕਿ ਗੁਰਦੁਆਰਿਆਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਚੰਗੇ ਵੀ ਬਹੁਤ ਕੰਮ ਕਰਦੇ ਆ। ਉਹਨਾਂ ਦੇ ਵੱਲੋਂ ਸੰਗਤ ਦਾ ਖਿਆਲ ਰੱਖਿਆ ਜਾਂਦਾ, ਉਹਨਾਂ ਦੇ ਵੱਲੋਂ ਸਮਾਜ ਦੀ ਸੇਵਾ ਦੇ ਵਿੱਚ ਯੋਗਦਾਨ ਪਾਇਆ ਜਾਂਦਾ। ਪਰ ਜੇਕਰ ਅਸੀਂ ਇਹ ਸੋਚਾਂਗੇ ਕਿ ਇਹ ਤਾਂ ਰੈਸਟੋਰੈਂਟ ਬਣਾ ਲਏ, ਅਸੀਂ ਇੱਥੇ ਆਉਂਦਾ ਹੁਣ ਕੌਣ ਆ, ਮਨਾਹੀਆਂ ਕਰਦੇ ਆ। ਇਸ ਤੋਂ ਪਹਿਲਾਂ ਵੀ ਕਈ ਧਾਰਮਿਕ ਥਾਵਾਂ ਦੀਆਂ ਸਰਾਵਾਂ ਦੇ ਵਿੱਚ ਇਹੋ ਜਿਹਾ ਕੁਝ ਹੁੰਦਾ ਰਿਹਾ ਤੇ ਉਹਨਾਂ ਦੇ ਵਿੱਚੋਂ ਕੁਝ ਲੋਕ ਫੜੇ ਜਾਂਦੇ, ਕਈ ਲੋਕ ਨਹੀਂ ਵੀ ਫੜੇ ਜਾਂਦੇ। ਹੁਣ ਇਹ ਵੀ ਖਬਰ ਆ ਜਿਹੜੀ ਉਹ 2 ਕੁ ਹਫ਼ਤੇ ਲੋਕਾਂ ਨੂੰ ਚੇਤੇ ਰਹਿਣੀ ਆ, ਉਸ ਤੋਂ ਬਾਅਦ ਗੱਲ ਆਈ ਗਈ ਹੋ ਜਾਣੀ ਆ। ਪਰ ਇਖਲਾਕ ਕਿੱਥੇ ਸਾਡਾ, ਸਾਡੀ ਨੈਤਿਕਤਾ ਕਿੱਥੇ, ਸਵਾਲ ਇਹ ਪੈਦਾ ਹੁੰਦਾ। ਗੱਲ ਇਹ ਨਹੀਂ ਵੀ ਕਾਰਵਾਈ ਕੀ ਹੋ ਰਹੀ ਆ, ਗੱਲ ਇਹ ਆ ਵੀ ਅਸੀਂ ਇਹ ਸਾਰਾ ਕੁਝ ਕਰਦੇ ਹੀ ਕਿਉਂ ਆ, ਅਸੀਂ ਕਿਹੜੇ ਸਿੱਖ ਆ। ਅਸੀਂ ਦੇਖਣ ਨੂੰ ਸਿੱਖਾਂ ਵਰਗੇ ਲੱਗਦੇ ਹਾਂ, ਪਰ ਕੀ ਅਸੀਂ ਅੰਦਰੋਂ ਪਵਿੱਤਰ ਹਾਂ, ਕੀ ਅਸੀਂ ਅੰਦਰੋਂ ਖਾਲਸ ਹਾਂ। ਸੋ ਦੁੱਖ ਹੁੰਦਾ ਜਦੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ। ਜੇਕਰ ਖਾਲਸੇ ਦੀ ਚੜ੍ਹਦੀ ਕਲਾ ਦੀਆਂ ਖਬਰਾਂ ਆਉਂਦੀਆਂ ਤਾਂ ਇਹੋ ਜਿਹੇ ਲੋਕ ਆ ਜਿਹੜੇ ਗਲਤ ਕੰਮ ਕਰਦੇ ਆ, ਇਹਨਾਂ ਦੇ ਕਰਕੇ ਸਿਰ ਸ਼ਰਮ ਦੇ ਨਾਲ ਵੀ ਝੁਕਦਾ। ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਬਣਦੀ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਦੇ ਵਿੱਚ ਕਿਸੇ ਵੀ ਧਾਰਮਿਕ ਥਾਂ ਦੇ ਉੱਤੇ ਅਨੈਤਿਕ ਕੰਮ ਨਾ ਹੋਵੇ। ਪਿਛਲੇ ਦਿਨੀ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਲੁਧਿਆਣੇ ਤੋਂ ਸੰਸਦ ਮੈਂਬਰ ਆ ਕਾਂਗਰਸ ਦੇ, ਉਹਨਾਂ ਦੇ ਵੱਲੋਂ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਉੱਤੇ ਕੁਝ ਟਿੱਪਣੀਆਂ ਕੀਤੀਆਂ ਗਈਆਂ ਸੀ। ਜਿਸ ਦਿਨ ਗੱਠਜੋੜ ਹੋਇਆ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪਹਿਲਾਂ ਅਕਾਲੀ ਦਲ ਦੇ ਵੱਲੋਂ ਗੱਠਜੋੜ ਕੀਤਾ ਗਿਆ ਭਾਜਪਾ ਦੇ ਨਾਲ, ਬਈ ਇਹਨਾਂ ਨੇ ਸੋਚਿਆ ਕਿ ਪੰਥਕ ਵੋਟ ਸਾਡੇ ਕਰਕੇ ਪੈ ਜਾਣੀ ਸਿੱਖਾਂ ਦੀ ਤੇ ਹਿੰਦੂ ਵੋਟ ਇਹਨਾਂ ਨੇ ਖਿੱਚ ਲੈਣੀ ਆ। ਜਦੋਂ ਉਧਰੋਂ ਟੁੱਟ ਗਿਆ ਸਬੰਧ ਤੇ ਹੁਣ ਬਸਪਾ ਦੇ ਨਾਲ ਗੱਠਜੋੜ ਕਰ ਲਿਆ। ਹੁਣ ਇਹ ਸੋਚਦੇ ਪੰਥਕ ਵੋਟ ਸਾਡੇ ਕਰਕੇ ਪੈ ਜਾਣੀ ਆ ਤੇ ਦਲਿਤ ਭਾਈਚਾਰੇ ਦੀ ਵੋਟ ਇਹਨਾਂ ਦੇ ਕਰਕੇ ਪੈ ਜਾਣੀ ਆ। ਪਰ ਇਹਨਾਂ ਨੇ ਪਵਿੱਤਰ ਸੀਟਾਂ ਬਸਪਾ ਨੂੰ ਕਿਉਂ ਦੇ ਦਿੱਤੀਆਂ ਤੇ ਉਹ ਪਵਿੱਤਰ ਸੀਟਾਂ ਚਮਕੌਰ ਸਾਹਿਬ, ਅਨੰਦਪੁਰ ਸਾਹਿਬ ਤੇ ਕੁਝ ਹੋਰਾਂ ਦਾ ਜ਼ਿਕਰ ਵੀ ਕੀਤਾ ਰਵਨੀਤ ਬਿੱਟੂ ਨੇ। ਉਹਨਾਂ ਨੇ ਇਹ ਵੀ ਵਿੱਚ ਗੱਲ ਕਹੀ ਸੀ ਕਿ ਇਹ ਇੱਕ ਅਪਵਿੱਤਰ ਗੱਠਜੋੜ ਹੈ। ਇਸ ਗੱਲ ਦੇ ਉੱਤੇ ਕਾਫੀ ਮਾਹੌਲ ਭਖਿਆ ਤੇ ਦਲਿਤ ਭਾਈਚਾਰੇ ਦੇ ਵੱਖ-ਵੱਖ ਹਿੱਸਿਆਂ ਦੇ ਵੱਲੋਂ ਰਵਨੀਤ ਬਿੱਟੂ ਦੇ ਕਈ ਥਾਵਾਂ ਤੇ ਪੁਤਲੇ ਵੀ ਫੂਕੇ ਗਏ ਆ। ਹਾਲਾਂਕਿ ਰਵਨੀਤ ਬਿੱਟੂ ਨੇ ਇਹ ਗੱਲ ਕਹੀ ਆ ਕਿ ਮੇਰੇ ਕਹਿਣ ਦਾ ਮਤਲਬ ਆ ਸੀ, ਪਰ ਇਸ ਗੱਲ ਨੂੰ ਗਲਤ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਤੇ 22 ਜੂਨ ਨੂੰ ਐਸਸੀ ਕਮਿਸ਼ਨ ਨੇ ਤਲਬ ਕੀਤਾ ਹੈਗਾ ਰਵਨੀਤ ਬਿੱਟੂ ਹੋਰਾਂ ਨੂੰ। ਰਵਨੀਤ ਹੋਰੀ ਜਾਂਦੇ ਜਾਂ ਨਹੀਂ ਜਾਂਦੇ ਇਹ ਵਕਤ ਦੱਸੂਗਾ, ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਰਵਨੀਤ ਸਿੰਘ ਬਿੱਟੂ ਜਿਹੜੇ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਕਈ ਕਾਰਨਾਂ ਦੇ ਕਰਕੇ ਚਰਚਾ ਦੇ ਵਿੱਚ ਆਏ ਨੇ, ਹੁਣ ਇੱਕ ਵਾਰ ਬਸਪਾ ਦੇ ਉੱਤੇ ਟਿੱਪਣੀਆਂ ਕਰਨ ਦੇ ਕਰਕੇ ਕਾਫੀ ਵਿਵਾਦਾਂ ਦੇ ਵਿੱਚ ਆ ਗਏ ਨੇ। ਰਵਨੀਤ ਬਿੱਟੂ ਦੇ ਵੱਲੋਂ ਜੋ ਪਵਿੱਤਰ ਸੀਟਾਂ ਦੀ ਗੱਲ ਕਰਕੇ ਤੇ ਅਪਵਿੱਤਰ ਗੱਠਜੋੜ ਦੀ ਗੱਲ ਕਰਕੇ ਵਿਵਾਦ ਪੈਦਾ ਕੀਤਾ ਗਿਆ, ਇਸ ਮਾਮਲੇ ਦੇ ਉੱਤੇ 22 ਜੂਨ ਨੂੰ ਹੁਣ ਸੁਣਵਾਈ ਹੋਵੇਗੀ। ਰਵਨੀਤ ਬਿੱਟੂ ਕੀ ਤਰਕ ਪੇਸ਼ ਕਰਦੇ ਨੇ ਤੇ ਉਹਨਾਂ ਦੇ ਤਰਕਾਂ ਤੋਂ ਬਾਅਦ ਐਸਸੀ ਕਮਿਸ਼ਨ ਕਿੰਨਾ ਕੁ ਸੰਤੁਸ਼ਟ ਹੁੰਦਾ ਹੈ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹੇਗੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਬਸਪਾ ਦੇ ਵੱਲੋਂ ਅਕਾਲੀ ਦਲ ਦੇ ਨਾਲ ਸਾਂਝ ਪਾਈ ਗਈ ਹੈ। ਉਹਨਾਂ ਦੇ ਵੱਲੋਂ ਰਾਜਨੀਤਿਕ ਸਮੀਕਰਨਾਂ ਨੂੰ ਮੁੱਖ ਰੱਖ ਕੇ ਸੀਟਾਂ ਦੀ ਗੁਣਾ ਘਟਾਓ ਕਰਕੇ ਜੋ ਗੱਠਜੋੜ ਕੀਤਾ ਗਿਆ ਉਹਦੇ ਉੱਤੇ ਅਨੈਤਿਕ ਤਰੀਕੇ ਦੇ ਨਾਲ ਵਿਚਾਰ ਕਿਸੇ ਨੂੰ ਵੀ ਨਹੀਂ ਪੇਸ਼ ਕਰਨੇ ਚਾਹੀਦੇ। ਖਾਸ ਕਰਕੇ ਜੋ ਸਾਡੇ ਦਲਿਤ ਭਾਈਚਾਰੇ ਦੇ ਲੋਕ ਆ ਉਹਨਾਂ ਦੇ ਬਾਬਤ ਜੇਕਰ ਅਸੀਂ ਗੱਲ ਕਵਾਂਗੇ ਕਿ ਇਹ ਅਪਵਿੱਤਰ ਹਨ, ਇਹ ਪਵਿੱਤਰ ਸੀਟਾਂ ਕਿਉਂ ਦਿੱਤੀਆਂ ਹਨ, ਉਹਦੇ ਉੱਤੇ ਗੁੱਸਾ ਭੜਕਣਾ ਕੁਦਰਤੀ ਹੈ। ਪਰ ਗੱਲ ਇਹ ਵੀ ਰਵਨੀਤ ਬਿੱਟੂ ਨੇ ਕਿਹਾ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਜੋ ਕਿ ਬਣਾ ਦਿੱਤਾ ਗਿਆ। ਹੁਣ ਇਹ ਗੱਲ ਕੌਣ ਕਿਵੇਂ ਸਮਝੂਗਾ ਵੀ ਭਾਈ ਕਹਿਣ ਦਾ ਮਤਲਬ ਕੀ ਸੀ ਤੇ ਸਮਝਿਆ ਕੀ ਗਿਆ, ਇਹ 22 ਤਰੀਕ ਨੂੰ ਪਤਾ ਲੱਗਣਾ। ਕੀ ਬਿੱਟੂ ਹੋਰੀ ਜਾ ਕੇ ਐਸਸੀ ਕਮਿਸ਼ਨ ਦੇ ਮੂਹਰੇ ਪੇਸ਼ ਹੋਣਗੇ? ਕੀ ਉਹਨਾਂ ਨੂੰ ਪੇਸ਼ ਹੋਣਾ ਚਾਹੀਦਾ? ਕੀ ਉਹਨਾਂ ਦੀਆਂ ਦਲੀਲਾਂ ਤੋਂ ਐਸਸੀ ਕਮਿਸ਼ਨ ਖੁਸ਼ ਹੋਊਗਾ, ਸੰਤੁਸ਼ਟ ਹੋਊਗਾ? ਇਹ ਵਕਤ ਦੇ ਨਾਲ ਜੁੜੀ ਹੋਈ ਗੱਲ ਹੈ। ਪਰ ਉੱਦਾਂ ਬਸਪਾ ਦੇ ਨਾਲ ਜੁੜੀ ਹੋਈ ਇੱਕ ਹੋਰ ਜਾਣਕਾਰੀ ਹੈ ਕਿ ਯੂਪੀ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਬਗਾਵਤ ਉੱਠ ਖਲੋਤੀ ਹੈ। ਬਸਪਾ ਦੇ ਜਿਹੜੇ ਉੱਥੇ ਵਿਧਾਇਕ ਆ ਉਹਨਾਂ ਦੇ ਵਿੱਚੋਂ ਕਈਆਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਪਤਾ ਲੱਗਾ ਕਿ ਕਈ ਜਿਹੜੇ ਵਿਧਾਇਕ ਆ ਬਸਪਾ ਦੇ, ਉਹਨਾਂ ਦੇ ਵੱਲੋਂ ਅਖਿਲੇਸ਼ ਯਾਦਵ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਬਸਪਾ ਦੇ ਕਈ ਵਿਧਾਇਕ ਅਖਿਲੇਸ਼ ਯਾਦਵ ਦੇ ਸਾਈਕਲ ਦੇ ਉੱਤੇ ਚੜ੍ਹ ਜਾਣ, ਇਸ ਗੱਲ ਦੀ ਸੰਭਾਵਨਾ ਪੂਰੀ ਹੈਗੀ ਹੈ। ਸੋ ਪੰਜਾਬ ਦੇ ਵਿੱਚ ਬੇਸ਼ੱਕ ਬਸਪਾ ਦਾ ਗੱਠਜੋੜ ਹੋਇਆ, ਪਰ ਯੂਪੀ ਦੇ ਵਿੱਚ ਸੰਕਟ ਵੀ ਵਧਿਆ ਤੇ ਜਿਹੜੇ ਇਹ ਬਾਗੀ ਹੋਏ ਆ ਜਾਂ ਜਿਹਨਾਂ ਨੂੰ ਕਹਿ ਦਈਏ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤੇ ਗਏ ਵਿਧਾਇਕ, ਉਹਨਾਂ ਨੇ ਕਿਹਾ ਕਿ ਸਾਨੂੰ ਮਾਇਆਵਤੀ ਤੋਂ ਕੋਈ ਸਮੱਸਿਆ ਨਹੀਂ ਆ, ਪਾਰਟੀ ਸੁਪਰੀਮੋ ਤੋਂ ਕੋਈ ਸਮੱਸਿਆ ਨਹੀਂ ਆ, ਪਰ ਜਿਹੜੇ ਜਨਰਲ ਸਕੱਤਰ ਤੇ ਹੋਰ ਜਿਹੜੇ ਕਈ ਹੈਗੇ ਅਹੁਦੇਦਾਰ, ਉਹਨਾਂ ਦੀਆਂ ਨੀਤੀਆਂ, ਉਹਨਾਂ ਦੇ ਕੰਮ ਢੰਗ ਤੇ ਉਹਨਾਂ ਦੀਆਂ ਧਮਕੀਆਂ ਤੋਂ ਅਸੀਂ ਪਰੇਸ਼ਾਨ ਆਏ ਹੋਏ ਹਾਂ। ਸੋ ਭਾਰਤ ਦੀ ਰਾਜਨੀਤੀ ਦੇ ਵਿੱਚ ਬਹੁਤ ਕੁਝ ਹੋ ਰਿਹਾ। ਕੱਲ੍ਹ ਤੱਕ ਰਾਮ ਵਿਲਾਸ ਪਾਸਵਾਨ ਨੂੰ ਅਸੀਂ ਰਾਜਨੀਤਿਕ ਮੌਸਮ ਦਾ ਬਹੁਤ ਵੱਡਾ ਵਿਗਿਆਨੀ ਕਹਿੰਦੇ ਸੀ, ਉਹ ਜਹਾਨੋਂ ਕੂਚ ਕਰ ਗਏ ਤੇ ਹੁਣ ਉਹਨਾਂ ਦੇ ਪੁੱਤ ਨੂੰ ਕੱਖੋਂ ਹੌਲੇ ਕਰ ਦਿੱਤਾ ਚਾਚੇ ਨੇ ਤੇ ਬਾਕੀ ਸਹਿਯੋਗੀਆਂ ਨੇ। ਭਾਰਤ ਦੇ ਵਿੱਚ ਇੱਦਾਂ ਚੱਲਦਾ,
ਇਹ ਧੋਬੀ ਪਟਕਾ ਐਸਾ ਲੱਗਦਾ ਕਈ ਵਾਰ ਆਪਣੇ ਤੇ ਕਈ ਵਾਰ ਆਪਣੇ ਦੇ ਭੇਸ ਦੇ ਵਿੱਚ ਹੋਰ ਲੋਕ ਆ ਜਿਹੜੇ ਉਹ ਇਹੋ ਜਿਹਾ ਕੁਝ ਕਰ ਵੀ ਜਾਂਦੇ ਆ। ਬਾਕੀ ਇਹ ਰਾਜਨੀਤੀ ਆ, ਇਹਦੇ ਵਿੱਚ ਹਮੇਸ਼ਾ 2 ਤੇ 2 4 ਨਹੀਂ ਹੁੰਦੇ, ਕਈ ਵਾਰ 2 ਤੇ 2 3 ਵੀ ਰਹਿ ਜਾਂਦੇ ਆ ਤੇ ਕਈ ਵਾਰ 5 6 ਵੀ ਹੋ ਜਾਂਦੇ ਆ। ਬਾਕੀ ਭਾਰਤ ਦੇ ਲੋਕਾਂ ਦੇ ਪੱਲੇ ਕੁਝ ਪਵੇ, ਕਿਸੇ ਵੀ ਚੋਣ ਦੇ ਵਿੱਚ ਕੋਈ ਵੀ ਜਿੱਤੇ, ਇਹਦੀ ਅਸੀਂ ਕਾਮਨਾ ਕਰਦੇ ਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।